वाहिगुरु साहिब जियो। जैतसरी महला पंजवा। वार सलोका नाल। एक ओंकार सतगुर प्रसाद। सलोक। आद पूरन मद पूरन अंत पूरन परमेश्वर। समरंत संत सरबतर रमणंग। नानक अगनासन जगदीश्वर। आद पूरन मद पूरन अंत पूरन परमेश्वर। सिमरंत संत सरबतर रमणंग। नानक अगनासन जगदीश्वर है। पेखन सुनन सुनामनो मन में दृढ़िय साच। पूर रिहो सरबतरे में। नानक हर रंग राज पौड़ी। हर एक निरंजन गाये। सब अंतर सोई। कारण कारण समरथ प्रभ। जो करे सो होई। खिन मैं थाप थापदा। तिस बिन नहीं कोई। खंड ब्रह्मांड पाताल दीप। रविया सब लोई। जिस आप बुझाई सो बुझसी। निर्मल जन सोई। खंड ब्रह्मांड पाताल दीप। रविया सब लोई। जिस आप बुझाई सो बुझसी। निर्मल जन सोई। वाहिगुरु जी का खालसा वाहिगुरु जी की फतेह। जैतसरी महला पंजवा। वार सलोका नाल। एक ओंकार सतगुर प्रसाद। सलोक। आद पूरन मद पूरन अंत पूरन परमेश्वर है। सिमरंत संत सरबतर रमणंग। नानक अगनासन जगदीश्वर है। धन धन जुगो जुग अटल चवर छत्र के मालिक। दीन दुनी के दाते। कृपा निधान दयावान। धन धन जुगो जुग अटल श्री गुरु ग्रंथ साहिब जी की साजी नवाजी। गुरु प्यारी साध संगत जीओ। किरपा हुई जी अमृत वेले तो पातशाही दर्शन दिदारियां नाल सेवा नाल जुड़ना कर रही हाँ जी। सो अज दे हुक्मां दी दात धन धन श्री गुरु ग्रंथ साहिब जी दे 705 ਅਤੇ 6 अंग ते ਸੁਭਾਈਮਾਨ ਹਨ जी। ਜੈਤਸਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹੀ ਦੀ ਗੁਰਬਾਣੀ। ਵਾਰ ਸਲੋਕਾਂ ਨਾਲ। ਸਲੋਕਾਂ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਗੁਰਬਾਣੀ ਰਾਹੀਂ ਸਮਝਾਉਂਦੇ ਨੇ ਭਾਈ ਪ੍ਰਮਾਤਮਾ ਇੱਕ ਹੈ ਤੇ ਉਹਦੀ ਪ੍ਰਾਪਤੀ ਉਹਦੀ ਦਇਆ ਰਹਿਮਤ ਸਦਕਾ ਹੀ ਪ੍ਰਾਪਤੀ ਹੁੰਦੀ ਹੈ। ਸਲੋਕ। ਦਇਆ ਪੂਰਨ ਅਦ ਮੂਰਨ ਪੂਰਨ ਅੰਤ ਪੂਰਨ ਪਰਮੇਸ਼ਵਰ।
ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਪਾਤਸ਼ਾਹ ਜੀ ਆਖਦੇ ਨੇ ਉਹ ਪਰਮਾਤਮਾ ਦਾ, ਉਹ ਅਕਾਲ ਪੁਰਖ ਦਾਤਾ ਦਾ ਕਿੱਥੇ ਕਿੱਥੇ ਪਹਿਰਾ ਹੈ, ਕਦੋਂ ਦਾ ਏ ਤੇ ਕਦੋਂ ਤੱਕ ਰਹੇਗਾ। ਕਦੋਂ ਦਾ ਪ੍ਰਮਾਤਮਾ ਕਾਇਮ ਹੈ। ਪਾਤਸ਼ਾਹ ਜੀ ਆਖਦੇ ਨੇ ਆਦਿ ਪੂਰਨ ਕਿ ਭਾਈ ਪ੍ਰਮਾਤਮਾ ਅਕਾਲ ਪੁਰਖ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਸੋਚੀ ਵੀ ਨਹੀਂ ਗਈ ਸੀ, ਰਚਨਾ ਹੋਈ ਵੀ ਨਹੀਂ ਸੀ, ਪ੍ਰਮਾਤਮਾ ਉਦੋਂ ਤੋਂ ਹਾਜ਼ਰ ਹੈ। ਆਦਿ ਪੂਰਨ ਮੱਧ ਪੂਰਨ। ਮੱਧ ਜੇ ਅੱਜ ਵਿਚਲਾ ਸਮਾਂ ਆ ਗਿਆ ਜਾਂ ਮੱਧ ਭਾਗ ਆ ਜਾਵੇ ਤੇ ਫਿਰ ਵੀ ਪ੍ਰਮਾਤਮਾ ਸੰਪੂਰਨ ਹੈ। ਪ੍ਰਮਾਤਮਾ ਅੱਜ ਵੀ ਹਾਜ਼ਰ ਨਾਜ਼ਰ ਹੈ। ਬ੍ਰਹਿਮੰਡਾਂ ਦੇ ਵਿੱਚ ਵਰਤ ਰਿਹਾ, ਖੰਡਾਂ ਦੇ ਵਿੱਚ ਵਰਤ ਰਿਹਾ, ਧਰਤੀ ਦੇ ਵਿੱਚ ਹੈ, ਆਕਾਸ਼ ਦੇ ਵਿੱਚ ਹੈ। ਅੰਤ ਪੂਰਨ। ਜੇ ਪਾਤਸ਼ਾਹ ਜੀ ਆਖਦੇ ਨੇ ਇਹਨਾਂ ਬ੍ਰਹਿਮੰਡ ਖੰਡਾਂ ਦਾ, ਧਰਤੀਆਂ ਦਾ, ਆਕਾਸ਼ਾਂ ਦਾ ਕਿਤੇ ਅੰਤ ਹੋ ਜਾਏਗਾ, ਦੁਨੀਆ ਦਾ, ਸਾਰੀ ਕਾਇਨਾਤ ਦਾ, ਤੇ ਪ੍ਰਮਾਤਮਾ ਫਿਰ ਵੀ ਸੰਪੂਰਨ ਕਾਇਮ ਰਹੇਗਾ, ਕਿਉਂਕਿ ਰਚਣ ਵਾਲਾ ਹੀ ਦੁਨੀਆ ਨੂੰ ਉਹ ਹੈ, ਪ੍ਰਮਾਤਮਾ ਹੈ। ਸਿਮਰੰਤ ਸੰਤ ਸਰਬਤਰ ਰਮਣੰਗ। ਫਿਰ ਜਿਹੜੇ ਮਹਾਂਪੁਰਸ਼ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਇਹ ਚੀਜ਼ ਦਾ ਗਿਆਨ ਹੋ ਗਿਆ ਕਿ ਭਾਈ ਜਿਹੜਾ ਪ੍ਰਮਾਤਮਾ ਇੰਨਾ ਰਚਨਹਾਰ ਹੈ, ਕਿਰਪਾਲੂ ਹੈ, ਇੰਨਾ ਬਲਵਾਨ ਹੈ, ਫਿਰ ਉਹਦੇ ਤੋਂ ਬਲਿਹਾਰ ਜਾਈਏ ਤੇ ਉਹਦਾ ਹੀ ਸਿਮਰਨ ਕਰੀਏ, ਉਹਨੂੰ ਹੀ ਕਿਉਂ ਨਾ ਸਿਮਰੀਏ। ਹੋਰਾਂ ਦੀ ਆਸ ਨਹੀਂ ਰੱਖਦੇ। ਉਹ ਸਿਮਰੰਤ ਸੰਤ ਸਰਬਤਰ ਰਮਣ, ਸਾਰੇ ਸੰਤ ਬ੍ਰਹਮ ਗਿਆਨੀ ਇਕੱਤਰ ਹੋ ਕੇ ਉਹ ਪ੍ਰਮਾਤਮਾ ਦਾ ਰਮਣ ਭਾਵ ਕੇ ਉਹਦੀ ਬਾਣੀ ਦਾ ਸਿਮਰਨ ਕਰਦੇ ਹਨ ਆਪਣੇ ਇੱਕ ਇੱਕ ਸਵਾਸ ਦੇ ਨਾਲ। ਕਿਉਂ? ਨਾਨਕ ਅਗਨਾਸਨ ਜਗਦੀਸ਼ਵਰ ਹੈ। ਅਗਨਾਸਨ ਦੁੱਖ ਹਰਨ ਵਾਲਾ, ਦੁੱਖਾਂ ਨੂੰ ਨਾਸ਼ ਕਰਨ ਵਾਲਾ, ਸਾੜਨ ਵਾਲਾ। ਸਮਝ ਆ ਗਈ ਨਾ ਕਿ ਉਹ ਪ੍ਰਮਾਤਮਾ ਹੀ ਹੈ, ਅਕਾਲ ਪੁਰਖ ਹੈ, ਜਗਦੀਸ਼ਰ ਹੈ, ਜਿਹੜਾ ਕਿ ਸਾਰੇ ਸਾਡੇ ਦੁੱਖ ਹਰ ਸਕਦਾ ਹੈ, ਨਸ਼ਟ ਕਰ ਸਕਦਾ ਹੈ। ਵੇਖਣ ਸੁਣਨ ਸੁਨਾਵਨੋ ਭਾਈ ਮਨ ਮੈਂ ਦ੍ਰਿੜੀਐ। ਸੱਚ ਪਾਤਸ਼ਾਹ ਜੀ ਆਖਦੇ ਨੇ ਮਨ ਦੇ ਵਿੱਚ ਉਹ ਪ੍ਰਮਾਤਮਾ ਨੂੰ ਵਸਾਓ, ਕੰਨਾਂ ਨਾਲ ਉਹਨੂੰ ਸੁਣੋ ਤੇ ਉਹਨੂੰ ਸੁਣਾਵੋ। ਮਨ ਮੈਂ ਦ੍ਰਿੜੀਐ ਸਾਚ, ਉਹਦੀ ਦ੍ਰਿੜਤਾ ਸਦਕਾ, ਉਹਦੇ ਉੱਤੇ ਯਕੀਨ ਭਰੋਸੇ ਸਦਕਾ ਉਹ ਪ੍ਰਤੱਖ ਹੋ ਜਾਏਗਾ ਸੱਚਾ ਪ੍ਰਮਾਤਮਾ। ਪੂਰ ਰਿਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ। ਸਾਰੀ ਕਾਇਨਾਤ ਦੇ ਵਿੱਚ ਵਰਤ ਰਿਹਾ, ਸਰਬਤਰ ਮੈਂ ਸਾਰਿਆਂ ਦੇ ਵਿੱਚ ਵਸਦਾ। ਇਸ ਲਈ ਭਾਈ ਤੂੰ ਫਿੱਕਾ ਨਾ ਬੋਲ। ਇਹ ਸੰਸਾਰ ਦੇ ਉੱਤੇ ਕਿਸੇ ਨੂੰ ਮੰਦੜਾ ਬੋਲ ਨਾ ਬੋਲ ਹੋ ਜਾਏ ਤੇਰੇ ਕੋ, ਕਿਤੇ ਵੇਖੀ ਐਸੀ ਗਲਤੀ ਨਾ ਹੋ ਜਾਏ। ਗੁਰਬਾਣੀ ਦੇ ਵਿੱਚ ਹੁੰਦਾ ਹੈ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ। ਭਾਈ ਇਸ ਜੀਭਾ ਦੇ ਨਾਲ ਕਦੇ ਫਿੱਕੇ ਬੋਲ ਨਾ ਬੋਲੀਏ, ਕਿਉਂਕਿ ਸਾਰਿਆਂ ਵਿੱਚੋਂ ਸੱਚਾ ਅਕਾਲ ਪ੍ਰਮਾਤਮਾ ਵਸਦਾ ਹੈ। ਧੰਨ ਧੰਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਨਗਰੀ ਦੇ ਉੱਤੇ ਦੀਵਾਨ ਸਜੇ ਹੋਏ ਨੇ। ਹੁਣ ਭਾਈ ਕੀਰਤੀਆ ਜੀ ਚੌਰ ਸਾਹਿਬ ਦੀ ਸੇਵਾ ਪਾਤਸ਼ਾਹ ਜੀ ਦੇ ਮਗਰ ਕਰ ਰਹੇ ਨੇ। ਹੁਣ ਗੁਰੂ ਪਿਆਰੇ ਸਾਧ ਸੰਗਤ ਜੀਓ ਦੀਵਾਨ ਸਜੇ ਨੇ ਤੇ ਉੱਥੇ ਇੱਕ ਰਿਛ ਵਾਲਾ, ਰਿਛ ਦਾ ਤਮਾਸ਼ਾ ਦਿਖਾਉਣ ਵਾਲਾ ਆ ਗਿਆ। ਹੁਣ ਆਇਆ ਨਾ ਗੁਰੂ ਪਿਆਰੀ ਸਾਧ ਸੰਗਤ ਜੀਓ, ਤੇ ਸਾਰਿਆਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਰਿਛ ਵਾਲਾ ਆਇਆ ਏ, ਤਮਾਸ਼ਾ ਕਰਨ ਵਾਲਾ ਆਇਆ ਹੈ, ਅਸੀਂ ਵੀ ਚਲੋ ਕੁਝ ਘੜੀ ਪਲ ਦੇਖ ਲਈਏ। ਤੇ ਉਹਨੇ ਵੀ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੇਰਾ ਮਨ ਹੈ ਕਿ ਮੈਂ ਇੱਥੇ ਹਾਜ਼ਰੀ ਭਰਾਂ, ਜੋ ਮੈਨੂੰ ਤੁਸੀਂ ਵਡਿਆਈ, ਜੋ ਮੈਨੂੰ ਗੁਣ ਦਿੱਤਾ ਹੈ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਮੁਸਕਰਾ ਕੇ ਹਾਮੀ ਭਰੀ। ਹੁਣ ਜਿੱਦਾਂ ਜਿੱਦਾਂ ਕੋਤਕ ਕਰਦਾ ਏ, ਰਿਛ ਨੂੰ ਖਡਾਉਂਦਾ ਏ, ਰਿਛ ਕਰਤੱਵ ਕਰਦਾ ਏ ਨਾ, ਤੇ ਸਾਰੀ ਸੰਗਤ ਸਾਰੇ ਹੱਸਦੇ ਨੇ, ਖੁਸ਼ ਹੁੰਦੇ ਨੇ। ਹੁਣ ਸਾਰਿਆਂ ਨਾਲ ਜ਼ਿਆਦਾ ਖੁਸ਼ ਹੋ ਰਿਹਾ ਸੀ ਭਾਈ ਕੀਰਤਿਆ,
ਕੀਰਤੀਆ ਜੀ ਪਿੱਛੇ ਚੋਰ ਸਾਹਿਬ ਕਰਦੇ ਪਏ ਨੇ, ਕਰਦਿਆਂ ਇੰਨਾ ਖਿੜਖੜਾ ਕੇ ਖੁਸ਼ ਹੁੰਦੇ ਨੇ, ਬਹੁਤ ਜ਼ਿਆਦਾ ਖਿੜਖੜਾ ਕੇ ਖੁਸ਼ ਹੁੰਦੇ ਨੇ, ਸਭ ਨਾਲੋਂ ਵੱਧ ਕੇ, ਕਿਉਂਕਿ ਕਰਤੱਵ ਦੇਖ ਕੇ ਹਾਸਾ ਆਈ ਜਾਂਦਾ ਏ, ਕੋਈ ਹਾਸੇ ਵਾਲੀ ਗੱਲ ਵੇਖ ਕੇ ਸੁਣ ਕੇ ਹਾਸਾ ਆਉਣਾ ਸੁਭਾਵਿਕ ਹੈ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਭਾਈ ਕੀਰਤੀਆ ਜੀ ਵੱਲ ਵੇਖਿਆ ਤੇ ਆਖਿਆ, ਭਾਈ ਕੀਰਤੀਆ ਜੀ ਬੜੇ ਖੁਸ਼ ਰਹੇ ਹੋ ਦੇਖ ਕੇ ਰਿੱਛ ਨੂੰ, ਆਪ ਨੂੰ ਪਤਾ ਹੈ ਕੌਣ ਹੈ ਰਿੱਛ? ਆਖਣ ਲੱਗਾ ਪਾਤਸ਼ਾਹ ਜੀ ਰਿੱਛ ਹੈ, ਜਾਨਵਰ ਹੈ, ਹੋਰ ਕੌਣ ਹੈ? ਨਹੀਂ ਪਾਤਸ਼ਾਹ ਜੀ ਆਖਣ ਲੱਗੇ ਹੈ ਤੇ ਹੁਣ ਤੇ ਜਾਨਵਰ ਹੈ, ਰਿੱਛ ਹੈ, ਪਰ ਪਿਛਲੇ ਸਮੇਂ ਦੇ ਵਿੱਚ ਮਨੁੱਖ ਸੀ, ਪਿਛਲੇ ਜਾਮੇ ਦੇ ਵਿੱਚ। ਤੇ ਉਹ ਕੌਣ ਸੀ? ਇਹ ਤੇਰਾ ਪਿਤਾ ਹੀ ਭਾਈ ਕੀਰਤੀਆ ਜੀ। ਹੁਣ ਇੰਨੀ ਗੱਲ ਸੁਣੀ ਤੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੇਰੇ ਮਨ 'ਚ ਇੱਕ ਬੈਰਾਗ ਚੱਲ ਰਿਹਾ। ਪਾਤਸ਼ਾਹ ਜੀ ਆਖਣ ਲੱਗੇ ਬੋਲੋ ਕੀਰਤੀਆ ਜੀ। ਆਖਣ ਲੱਗੇ ਪਾਤਸ਼ਾਹ ਜੀ ਅੱਜ ਮੈਂ ਵੀ ਆਪ ਜੀ ਨਾਲ ਗੁਰੂ ਘਰ ਦੀ ਸੇਵਾ ਨਾਲ ਜੁੜਿਆ ਆ, ਮੇਰੇ ਪਿਤਾ ਜੀ ਵੀ ਜੁੜੇ ਹੋਏ ਸਨ, ਆਪ ਨੂੰ ਪ੍ਰਤੱਖ ਹੈ ਤੇ ਸੇਵਾ ਵੀ ਬੜੀ ਕੀਤੀ, ਪਰ ਇੰਨੀ ਸੇਵਾ ਕਰਨ ਦੇ ਬਾਵਜੂਦ ਇਹ ਜਾਨਵਰ ਦਾ ਰੂਪ ਹੀ ਕਿਉਂ ਮਿਲਿਆ? ਪਾਤਸ਼ਾਹ ਜੀ ਆਖਣ ਲੱਗੇ ਭਾਈ ਸੇਵਾ ਤੇ ਕਰਦੇ ਸਨ ਤੁਹਾਡੇ ਪਿਤਾ ਜੀ, ਪਰ ਮਨ ਦੇ ਅੰਦਰੋਂ ਤ੍ਰਿਪਤ ਹੋ ਕੇ ਨਹੀਂ ਕਰਦੇ ਸਨ, ਮਨ ਦੇ ਨਾਲ ਨਹੀਂ ਕਰਦੇ ਸਨ ਸੇਵਾ, ਅੰਦਰੋਂ ਮਨ ਨਹੀਂ ਸੀ ਜੁੜਦਾ ਸੀ, ਜੀਭਾ ਦੇ ਉੱਤੇ ਜਿਹੜੇ ਭੈੜੇ ਮੰਦੜੇ ਬੋਲ ਨੇ ਵਕਾਰ ਨੇ ਉਹਨਾਂ ਦਾ ਪਹਿਰਾ ਦਿੰਦਾ ਸੀ। ਇੱਕ ਵਾਰ ਕੋਈ ਗੁਰੂ ਪਿਆਰਾ ਗੁਰੂ ਘਰੇ ਦਰਸ਼ਨ ਕਰਨ ਆਇਆ, ਦਰਸ਼ਨ ਕਰਕੇ ਹੁਣ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਲੱਗਾ ਨਾ ਸਾਧ ਸੰਗਤ ਜੀ, ਤੇ ਸੰਗਤ 2-4 ਜਣੇ ਸਨ ਪ੍ਰਸ਼ਾਦ ਲੈਣ ਵਾਲੇ, ਤੇ ਭਾਈ ਕੀਰਤੀਆ ਜੀ ਦੇ ਪਿਤਾ ਜੀ ਇੱਕ ਗਰੀਬੜੇ ਜਿਹੇ ਮਨੁੱਖ ਨੂੰ ਆਖਣ ਲੱਗੇ ਕਿ ਪਿੱਛੇ ਹੋ ਕੇ ਦੇਖ ਲੈ ਕਿਵੇਂ ਰਿੱਛਾਂ ਵਾਂਗੂ ਉੱਪਰ ਨੂੰ ਚੜ੍ਹਦਾ ਆਉਣਾ ਹੈ। ਇਹ ਬਚਨ ਆਖੇ ਨਾ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਜਿਹੜਾ ਮਨੁੱਖ ਸੀਗਾ ਕਰਨੀ ਵਾਲਾ ਸੀ, ਪਰਮਾਤਮਾ ਨਾਲ ਜੁੜੀ ਰੂਹ ਸੀ ਕਿਤੇ ਨਾ ਕਿਤੇ। ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ, ਕਿਸੇ ਨੂੰ ਬੋਲ ਆਖ ਲੈਂਦੇ ਆ ਸਭਨਾ ਮੈਂ ਤੂੰ ਧਣੀ, ਪਰਮਾਤਮਾ ਸਭਨਾ ਦੇ ਵਿੱਚ ਵਸਦਾ। ਹੁਣ ਸਾਨੂੰ ਨਹੀਂ ਪਤਾ, ਅਸੀਂ ਕਈ ਵਾਰੀ ਕਿਸੇ ਗਰੀਬੜੇ 'ਚ ਆਖਦੇ ਹਾਂ ਕਿ ਨਹੀਂ ਇਹ ਤੇ ਮੇਰੇ ਨਾਲ ਬਹੁਤ ਨਹੀਂ, ਇਹਨੂੰ ਮੈਂ ਬੋਲ ਮਾੜੀ ਵੀ ਆਖ ਸਕਦਾ, ਤਗੜੇ ਨੂੰ ਨਹੀਂ ਆਖ ਸਕਦਾ। ਉਹ ਡਰ ਹੈ, ਉਹ ਭਉ ਹੈ, ਮਾੜੇ ਦਾ ਡਰ ਨਹੀਂ, ਤਗੜੇ ਦਾ ਭਉ ਹੈ, ਡਰ ਹੈ। ਪਰ ਗੁਰੂ ਪਿਆਰੀ ਸਾਧ ਸੰਗਤ ਜੀਓ ਕਿਸੇ ਨੂੰ ਵੀ ਬੋਲ ਆਖਣ ਤੋਂ ਪਹਿਲਾਂ ਕਈ ਵਾਰ ਜੀਭਾ ਤੋਂ ਸੋਚੀਏ, ਮਨ ਤੋਂ ਸੋਚੀਏ ਕਿ ਜੀਭਾ ਨੂੰ ਵਾਸਤੇ ਕਿਸ ਤਰ੍ਹਾਂ ਰੱਖਣਾ ਹੈ। ਮਨ ਦੇ ਨਾਲ ਗੁਰਬਾਣੀ ਦੇ ਪ੍ਰਭਾਵ ਨਾਲ ਇਹਨੂੰ ਵਾਸਤੇ ਰੱਖਿਆ ਜਾ ਸਕਦਾ ਹੈ। ਤੇ ਹੁਣ ਗੁਰੂ ਪਿਆਰੀ ਸਾਧ ਸੰਗਤ ਜੀਓ ਹੁਣ ਇੰਨਾ ਆਖਿਆ ਤੇ ਆਖਣ ਲੱਗੇ ਜਿਹੜਾ ਮਨੁੱਖ ਪ੍ਰਸ਼ਾਦ ਲੈਣ ਵਾਲਾ ਸੀ, ਆਖਣ ਲੱਗਾ ਕਿ ਭਾਈ ਸਾਹਿਬ ਪਾਤਸ਼ਾਹ ਜੀ ਦੇਗ ਤੇ ਬੜੀ ਮਿੱਠੀ ਹੈ, ਜਿਹੜੀ ਤੁਸੀਂ ਦੇਗ ਵਰਤੋਂਦੇ ਹੋ ਸੇਵਾ ਤੇ ਹੋ ਤੇ ਬੜੀ ਮਿੱਠੀ ਹੈ, ਪਰ ਤੁਹਾਡੇ ਬੋਲ ਬੜੇ ਕੌੜੇ ਨੇ। ਹੁਣ ਇੰਨੀ ਗੱਲ ਆਖੀ ਨਿਮਰਤਾ ਦੇ ਨਾਲ ਤੇ ਚਲੇ ਗਏ, ਤੇ ਜੋ ਮੈਨੂੰ ਤੁਸੀਂ ਆਖਿਆ ਹੈ ਨਾ ਇਹ ਵੀ ਕਹਿ ਕੇ ਜਾਂਦੇ ਜਾਂਦੇ ਉਹ ਤੁਹਾਡੇ ਨਾਲ ਹੀ ਹੋ ਗਏ। ਵੇਖੋ ਸਿੱਧੇ ਜੇ ਬੋਲ ਦਿੱਤੇ। ਹੁਣ ਗੁਰੂ ਪਿਆਰੇ ਸਾਧ ਸੰਗਤ ਜੀ ਹੋਇਆ ਕਿ ਉਹ ਪ੍ਰਤੱਖ ਹੋ ਗਿਆ। ਉਹਨੂੰ ਆਖਿਆ ਸੀ ਰਿੱਛ ਬਣ ਰਿੱਛਾਂ ਵਾਂਗੂ ਚੜ੍ਹਦਾ ਹੁੰਦਾ ਤੇ ਆਪਣਾ ਜਾਮਾ ਹੀ ਅਗਲਾ ਰਿੱਛ ਦਾ ਪ੍ਰਾਪਤ ਹੋ ਗਿਆ। ਹੁਣ ਗੁਰੂ ਪਿਆਰੇ ਸਾਧ ਸੰਗਤ ਪਾਤਸ਼ਾਹ ਜੀ ਨੇ ਇੱਥੇ ਇਹ ਵੀ ਸਮਝਾਉਣਾ ਕੀਤਾ ਕਿ ਭਾਈ ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ, ਸਾਰਿਆਂ ਦੇ ਵਿੱਚ ਮੈਂ ਵਸਦਾ ਆ, ਸਾਰਿਆਂ ਦੇ ਵਿੱਚ ਮੇਰੀ ਗੁਰਬਾਣੀ ਦਾ ਰੰਗ ਹੈ। ਸਿਰਫ ਤੈਨੂੰ ਆਪਣੇ ਉਸ ਪਰਮਾਤਮਾ ਨਾਲ ਜੁੜ ਕੇ ਇਹ ਰੰਗ ਦਾ ਆਨੰਦ ਲੈਣਾ ਪਏਗਾ। ਪੌੜੀ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ, ਇੱਕੋ ਪਰਮਾਤਮਾ ਨਾਲ ਜੁੜ, ਇੱਕੋ ਦੇ ਗੁਣ ਗਾ ਜਿਹੜਾ ਨਿਰਅੰਜਨ ਹੈ, ਮਾਇਆ ਤੋਂ ਨਿਰਲੇਪ ਹੈ, ਕਿਉਂਕਿ ਸਭ ਅੰਤਰ ਸੋਈ। ਫਿਰ ਉੱਥੇ ਮਿਲਦੀ ਜੁਲਦੀ ਗੱਲ ਆ ਗਈ, ਕਿਉਂਕਿ ਸਾਰਿਆਂ ਦੇ ਅੰਦਰ ਉਹੀ ਵਸਣ ਵਾਲਾ ਹੈ। ਕਾਰਨ ਸਮਰੱਥ ਪਰਮਾਤਮਾ ਸਮਰੱਥ ਹੈ।
ਜੋ ਕੁਝ ਤੂੰ ਸੋਚਦਾ ਹੈ, ਤੇਰੇ ਮਨ 'ਚ ਵਿਚਾਰਾਂ ਨੇ, ਤੂੰ ਨਹੀਂ ਕਰ ਸਕਦਾ। ਹੱਥਾਂ ਨਾਲ, ਜੀਭਾਂ ਨਾਲ, ਕੰਨਾਂ ਨਾਲ, ਸਰੀਰ ਦੇ ਜ਼ੋਰ ਨਾਲ ਨਹੀਂ ਕਰ ਸਕਦਾ। ਜਦੋਂ ਤੇਰੇ ਅੰਦਰ ਨਿਮਰਤਾ ਆ ਗਈ ਗੁਰਬਾਣੀ ਦੇ ਭਾਵ ਦੇ ਨਾਲ, ਤੇ ਗੁਰੂ ਪਿਆਰਿਆ ਸਾਰਾ ਕੁਝ ਪਰਮਾਤਮਾ ਕਰਨ ਕਾਰਨ ਸਮਰੱਥ। ਉਹ ਸਮਰੱਥ ਹੈ। ਪ੍ਰਭ ਜੋ ਕਰੇ ਸੋ ਹੋਈ। ਜੋ ਉਹਨੇ ਕਰ ਦੇਣਾ ਉਹੀ ਹੋਏਗਾ। ਸਿਰਫ ਇੰਨਾ ਕੁ ਹੈ ਕਿ ਤੇਰੇ ਮਨ ਦੇ ਅੰਦਰ ਉਹਦਾ ਗਿਆਨ ਪ੍ਰਤੱਖ ਹੋਣਾ ਚਾਹੀਦਾ ਹੈ। ਫਿਰ ਪਰਮਾਤਮਾ ਉਹੀ ਕਰੇਗਾ ਜੋ ਤੇਰਾ ਮਨ ਚਾਹੁੰਦਾ ਹੋਏਗਾ, ਨਿਮਰਤਾ ਦੇ ਵਿੱਚ ਜੋ ਤੂੰ ਮੰਗਿਆ ਹੋਏਗਾ। ਖਿਨ ਮੈਂ ਥਾਪ ਉਥਾਪ ਦਾ, ਤਿਸ ਬਿਨ ਨਹੀਂ ਕੋਈ। ਕਿੰਨਾ ਜ਼ੋਰ ਬਲਵਾਨ ਹੈ ਪਰਮਾਤਮਾ। ਖਿਨ ਮੈਂ ਥਾਪ, ਖਿਨ ਦੇ ਵਿੱਚ ਹੀ ਇਹ ਧਰਤੀ ਸ੍ਰਿਸ਼ਟੀ ਸਿਰਜੀ ਹੈ। ਸੰਸਾਰ ਤੇ ਕਿਸੇ ਨੇ ਕੋਈ ਗੁਰੂ ਪਿਆਰੀ ਸਾਧ ਸੰਗਤ ਜੋ ਕਾਢ ਕੱਢਣੀ ਹੋਵੇ ਨਾ, ਸਾਇੰਟਿਸਟ ਕੋਈ ਕਾਢ ਕੱਢਦੇ ਨੇ, ਕੋਈ ਖੋਜ ਕਰਦੇ ਨੇ, ਤੇ ਸਮਾਂ ਲੱਗ ਜਾਂਦਾ, ਸਾਲਾਂ ਦੇ ਸਾਲ, 5 ਸਾਲ, 10 ਸਾਲ, ਕਈਆਂ ਨੂੰ ਤੇ ਸਾਰੀ ਉਮਰ ਹੀ ਬੀਤ ਜਾਂਦੀ ਹੈ। ਇੱਕ ਚਲਾ ਗਿਆ ਸਾਇੰਟਿਸਟ ਤੇ ਦੂਸਰਾ ਆ ਕੇ ਉਹ ਖੋਜ ਨੂੰ ਅੱਗੇ ਪੂਰਾ ਕਰਦਾ। ਭਾਵ ਕਿ ਕੋਈ ਵੀ ਖੋਜ ਕਿਸੇ ਚੀਜ਼ ਦੀ ਕਰਨੀ ਹੋਵੇ ਬੜਾ ਸਮਾਂ ਲੱਗਦਾ ਹੈ। ਪਰ ਪਰਮਾਤਮਾ ਨੇ ਇਹ ਜਿਹੜੀ ਸ੍ਰਿਸ਼ਟੀ ਹੈ, ਖਿਨ 'ਚ ਸਾਡੇ ਅੱਖ 'ਚ ਪੱਕਣ ਦੇ ਸਮੇਂ ਦੇ ਵਿੱਚ ਸ੍ਰਿਸ਼ਟੀ ਸਾਜ ਦਿੱਤੀ। ਇੰਨਾ ਬਲਵਾਨ ਹੈ। ਸੋਚ ਕੇ ਵੇਖੋ ਕਿ ਕਿੰਨੀ ਸ਼ਕਤੀ, ਕਿੰਨੀ ਸੋਚ ਪਰਮਾਤਮਾ ਦੇ ਕੋਲ ਹੋਏਗੀ। ਖਿਨ ਮੈਂ ਥਾਪ ਉਥਾਪ ਦਾ, ਥਾਪਣਾ ਭਾਵ ਸਾਜਣਾ, ਉਥਾਪ ਦਾ ਭਾਵ ਕਿ ਨਸ਼ਟ ਕਰ ਦੇਣਾ। ਖਿਨ ਦੇ ਵਿੱਚ ਜੋ ਚਾਹਵੇ ਦੇ ਥਾਪ ਸਕਦਾ ਤੇ ਨਸ਼ਟ ਵੀ ਕਰ ਸਕਦਾ। ਤਿਸ ਬਿਨ ਨਹੀਂ ਕੋਈ, ਐਸਾ ਉਹਦੇ ਤੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ। ਸੰਸਾਰ ਤੇ ਕਈ ਆਖ ਦਿੰਦੇ ਨੇ, ਲੈ ਮੈਂ ਤੇਰਾ ਰੋਗ ਦੂਰ ਕਰ ਦਿਆਂ, ਲੈ ਮੈਂ ਤੇਰਾ ਆਹ ਕਾਰਜ ਕਰ ਦਿਆਂਗਾ, ਉੱਥੇ ਚੱਲ ਬਾਬੇ ਦੇ ਕੋਲ, ਝਾੜੂ ਵਾਲੇ ਕੋਲ, ਉਹ ਬੜਾ ਕੁਝ ਜਾਣਦਾ, ਉਹ ਆਹ ਕਰ ਦੇਗਾ, ਉਹ ਕਰ ਦੇਗਾ। ਨਹੀਂ ਗੁਰੂ ਪਿਆਰਿਓ, ਕੋਈ ਕੁਝ ਨਹੀਂ ਕਰ ਸਕਦਾ। ਜੇ ਉਹ ਕਰ ਸਕਦਾ ਹੋਵੇ ਤੇ ਪਹਿਲਾਂ ਆਪਣੇ ਕਾਰਜ ਨਾ ਸਵਾਰ ਤੇ ਕਿਉਂ ਬੈਠਾ ਹੋਵੇ ਕਿਸੇ ਕੁਟੀਆ ਦੇ ਵਿੱਚ ਝਾੜੂ ਲੈ ਕੇ? ਕਿਉਂ ਨਹੀਂ ਉਹਦੇ ਹੱਥ 'ਚ ਸੋਨੇ ਦੀ ਛੜੀ? ਕਿਉਂਕਿ ਉਹ ਇੰਨੇ ਜੋਗਾ ਹੀ ਹੈ ਜਿਹੜਾ ਸਾਰਿਆਂ ਨੂੰ ਸਾਜਣ ਜੋਗਾ ਏ, ਸਾਰਿਆਂ ਦੇ ਕੰਮ ਕਰਨ ਵਾਲਾ ਏ। ਖਿਨ ਮੈਂ ਥਾਪ ਥਾਪ ਦਾ, ਤਿਸ ਬਿਨ ਨਹੀਂ ਕੋਈ। ਜੋੜ ਉਹਦੇ ਨਾਲ, ਉਹਦੀ ਸੇਵਾ ਕਰ, ਉਹਦੇ ਸਿਮਰਨ ਨਾਲ ਜੋੜ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਹਨੇ ਸਾਜੇ ਨੇ ਖੰਡ ਬ੍ਰਹਿਮੰਡ ਸਾਜ ਦਿੱਤੇ। ਬ੍ਰਹਿਮੰਡ ਸਾਧ ਸੰਗਤ ਜੀਓ, ਲੱਖਾਂ ਬ੍ਰਹਿਮੰਡ ਹੋਏ ਨੇ ਦੁਨੀਆ ਤੇ, ਪਾਤਾਲ ਲੱਖਾਂ ਹੋਏ ਨੇ। ਦੀਪ ਰਵਿਆ ਸਭ ਲੋਈ। ਦੀਪਾਂ ਦੇ ਵਿੱਚ, ਮੰਡਲਾਂ ਦੇ ਵਿੱਚ, ਬ੍ਰਹਿਮੰਡਾਂ ਦੇ ਵਿੱਚ ਜਿਹੜਾ ਵਸਦਾ ਭਾਈ, ਉਹਦਾ ਸਿਮਰਨ ਕਰ। ਕਿਉਂਕਿ ਜਿਸ ਆਪ ਬੁਝਾਈ ਸੋ ਬੁਝ ਸੀ, ਨਿਰਮਲ ਜਨ ਸੋਈ। ਨਿਰਮਲ ਵੀ ਉਹ ਹੋ ਸਕਦਾ ਏ ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਏ। ਜਿਸ ਆਪ ਬੁਝਾਈ ਸੋ ਬੁਝ ਸੀ, ਇਹ ਜਿਹੜੀ ਬੁਝਾਰਤ ਹੈ ਸਿਮਰਨ ਦੀ, ਉਹਦੇ ਨਾਮ ਦੀ, ਪਰਮਾਤਮਾ ਦੇ ਰਾਹ ਦੀ, ਕੋਈ ਵਿਰਲਾ ਬੁਝ ਸਕਦਾ ਹੈ। ਜਿਹੜਾ ਬੁਝ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਬੁਝਾਰਤ ਨੂੰ ਪਰਮਾਤਮਾ ਦੀ, ਉਹਨੇ ਇਸ ਸੰਸਾਰ ਤੇ ਨਹੀਂ, ਸਾਰੇ ਜੀਵਨ ਦੇ ਵਿੱਚ, ਸਾਰੀਆਂ ਜੂਨਾਂ 'ਚ, ਦਰਗਾਹ ਦੇ ਵਿੱਚ ਪਰਮਾਤਮਾ ਦੇ ਕੋਲੋਂ ਸੁੱਖ ਹੀ ਪ੍ਰਾਪਤ ਕਰ ਲਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।